ਸੋ ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਬ੍ਰੇਕ ਤੋਂ ਬਾਅਦ ਇੱਕ ਬਹੁਤ ਹੀ ਅਹਿਮ ਮੁੱਦੇ ਉੱਤੇ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਕਿ ਆਲੇ ਦੁਆਲੇ ਸਾਡੇ ਗੁਰਦੁਆਰਿਆਂ ਦੇ ਵਿੱਚ ਜਦੋਂ ਕੋਈ ਮਰਗ ਹੋ ਜਾਂਦੀ ਤੇ ਅਸੀਂ ਉੱਥੇ ਕੀ ਕਰਦੇ ਹਾਂ, ਕਿਹੜੀਆਂ ਚੀਜ਼ਾਂ ਸਾਨੂੰ ਕਰਨੀਆਂ ਨੇ ਤੇ ਕਿਹੜੀਆਂ ਨਹੀਂ ਕਰਨੀਆਂ, ਉਸ ਤੋਂ ਆਓ ਤੁਹਾਨੂੰ ਹੋਰ ਜਾਣੂ ਕਰਾਉਂਦੇ ਹਾਂ ਜੀ ਭਾਈ ਸਾਹਿਬ। ਹਾਂਜੀ। ਸੋ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਫੋਟੋਆਂ ਦੀ ਅਸੀਂ ਗੱਲ ਕਰ ਰਹੇ ਸੀ ਬ੍ਰੇਕ ਤੋਂ ਪਹਿਲਾਂ ਕਿ ਫੋਟੋ ਜਿਹੜੀ ਹੈਗੀ ਉਹ ਲਿਆ ਕੇ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਸੁਸ਼ੋਭਿਤ ਨੇ ਉੱਥੇ ਲਾ ਦਿੱਤੀ ਜਾਂਦੀ ਹੈਗੀ, ਉਸ ਮੁਤਲਕ ਕੀ ਕਹਿਣਾ? ਵੈਸੇ ਠੀਕ ਹੈ, ਦੁੱਖ ਵਾ ਜੀ, ਮੈਂ ਵੀ ਦੁੱਖ ਮਹਿਸੂਸ ਕਰਦਾ, ਇਹ ਨਹੀਂ ਕਿ ਸਾਨੂੰ ਦੁੱਖ ਨਹੀਂ ਹੈਗਾ, ਲੇਕਿਨ ਜਿਹੜਾ ਗੁਰੂ ਦਾ ਸਤਿਕਾਰ ਹੈ ਨਾ ਉਹ ਸਾਡਾ ਸਭ ਤੋਂ ਪਹਿਲਾਂ, ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ ਫੋਟੋ ਜਿਹੜੀ ਹੈ ਨਾ ਉਹ ਪ੍ਰਵਾਨਿਤ ਨਹੀਂ ਹੈਗੀ ਗੁਰੂ ਮਹਾਰਾਜ ਦੇ ਅੰਦਰ ਜਾ ਕੇ। ਹੁਣ ਅਸੀਂ ਉਸ ਫੋਟੋ ਨੂੰ ਜਦੋਂ ਅਸੀਂ ਉਸ ਫੋਟੋ ਵੱਲ ਵੇਖਦੇ ਹਾਂ ਤੇ ਖਿਮਾ ਕਰਨਾ ਹਰ ਇੱਕ ਦਾ ਮਨ ਭਰੇਗਾ। ਆਇਆ ਤੇ ਗੁਰੂ ਦੀ ਬਖਸ਼ਿਸ਼ ਲੈਣ ਵਾਸਤੇ ਆ, ਅਸੀਂ ਗੁਰੂ ਦੀ ਆਸ਼ੀਰਵਾਦ ਲੈਣੀ ਆ, ਗੁਰੂ ਦੇ ਬਚਨ ਨੂੰ ਸੁਣਨਾ, ਫਿਰ ਸਾਰੇ ਪ੍ਰਾਣੀ ਤਕਰੀਬਨ ਉਸ ਫੋਟੋ ਵੱਲ ਹੀ ਵੇਖੀ ਜਾਂਦੇ ਨੇ। ਮੈਂ ਬੇਨਤੀ ਕਰਦਾ ਵੀ ਭਾਈ ਇਹ ਜਿਹੜਾ ਕਰਮਕਾਂਡ ਆ ਨਾ, ਇਹਨਾਂ ਕਰਮਕਾਂਡਾਂ ਤੋਂ ਉੱਪਰ ਹੋ ਕੇ ਇਹ ਫੋਟੋ ਵਗੈਰਾ ਜਿਹੜੀਆਂ ਗੁਰਦੁਆਰਾ ਸਾਹਿਬ ਵਿਖੇ ਲਿਆਉਣ ਦਾ ਯਤਨ ਨਾ ਕਰਿਆ ਕਰੋ। ਦੂਸਰੀਆਂ ਵੀ ਕਈ ਬੇਨਤੀਆਂ ਨੇ ਜਿਹੜੀਆਂ ਗੁਰਮੁਖ ਪਿਆਰਿਓ ਸਾਡੇ ਕਰਨਯੋਗ ਨੇ। ਵੇਖੋ ਅਸੀਂ ਪਹਿਲੀ ਤੇ ਗੱਲ ਇਹ ਆ ਵੀ ਅਸੀਂ ਇਸ ਸਿਧਾਂਤ ਨੂੰ ਸਮਝਣਾ ਵੀ ਇਸ ਸਿਧਾਂਤ ਵਾਸਤੇ ਅਸੀਂ ਕੀ ਕਰਨਾ। ਹੁਣ ਵੇਖੋ ਨਾ, ਪ੍ਰਾਣੀ ਗਿਆ ਤੇ ਜੇ ਪ੍ਰਾਣੀ ਦੀ ਮੌਤ ਹੋਈ ਆ ਤੇ ਮੌਤ ਇੱਕ ਸਿਰਫ ਦੁੱਖ ਹੀ ਨਹੀਂ ਆ, ਕਿਉਂਕਿ ਅਸੀਂ ਦੁੱਖ ਮਹਿਸੂਸ ਕੀਤਾ, ਅਸੀਂ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ, ਅਸੀਂ ਫਿਊਨਲ ਹੋਮ ਵਿੱਚ ਵੀ ਚਲੇ ਗਏ, ਲੇਕਿਨ ਮੌਤ ਇੱਕ ਸਾਨੂੰ ਸੁਨੇਹਾ ਵੀ ਦੇ ਰਹੀ ਆ, ਖਿਮਾ ਕਰਨਾ ਸੁਨੇਹਾ ਵੀ ਦੇ ਰਹੀ ਆ ਕਿ ਜਿਹੜੀ ਕੋਈ ਪ੍ਰਾਣੀ ਇਸ ਸੰਸਾਰ ਤੋਂ ਜਾਂਦਾ ਨਾ ਉਹ ਪ੍ਰਾਣੀ ਪਰਿਵਾਰਕ ਜੀਵਨ ਵਿੱਚ ਬੜਾ ਸੁਖੀ ਜਾਂਦਾ। ਕੁਛ ਐਸੇ ਵੀ ਹੈਗੇ ਨੇ ਜਿਹੜੇ ਸੰਸਾਰ ਵਿੱਚੋਂ ਦੁਖੀ ਵੀ ਜਾਂਦੇ ਨੇ, ਪਰ ਬਹੁਤੇ ਪ੍ਰਾਣੀ ਜਿਹੜੇ ਨੇ ਸੰਸਾਰ ਵਿੱਚ ਬੜਾ ਸੁਖੀ ਜੀਵਨ ਬਤੀਤ ਕਰਕੇ ਜਾਂਦੇ ਨੇ। ਔਰ ਜਦੋਂ ਉਹ ਜਾਂਦੇ ਨੇ ਉਸ ਵਕਤ ਪਰਿਵਾਰ ਵੀ ਗੁਰਮੁਖ ਪਿਆਰੋ ਉਸ ਵਕਤ ਬੜੇ ਦੁੱਖ ਦੇ ਵਿੱਚ ਹੁੰਦਾ, ਮਹਿਸੂਸ ਕਰ ਰਿਹਾ ਹੁੰਦਾ, ਲੇਕਿਨ ਉਹ ਸਾਨੂੰ ਸੁਨੇਹਾ ਕੀ ਦੇ ਰਿਹਾ ਹੁੰਦਾ? ਸੁਨੇਹਾ ਇਹ ਦੇ ਰਿਹਾ, ਦੇਖੋ ਭਾਈ ਮੇਰੇ ਧੀਓ, ਮੇਰੇ ਪੁੱਤਰੋ, ਮੇਰੇ ਦੋਸਤੋ, ਮੇਰੇ ਮਿੱਤਰੋ, ਮਾਤਾ ਪਿਤਾ ਭੈਣ ਭਰਾ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ, ਭਈ ਵੇਖੋ ਮੈਂ ਆਇਆ ਸੀ, ਮੈਂ ਸੰਸਾਰ ਵਿੱਚ ਜਨਮ ਲਿਆ, ਮੈਂ ਆਪਣੇ ਜਨਮ ਲੈ ਕੇ ਆਪਣਾ ਸਾਰਾ ਕੁਝ ਬਣਾ ਕੇ ਅੱਜ ਸੰਸਾਰ ਤੋਂ ਮੈਂ ਜਾ ਰਿਹਾ ਤੇ ਇੱਕ ਦਿਨ ਤੁਸੀਂ ਵੀ ਇਸ ਸੰਸਾਰ ਤੋਂ ਚਲੇ ਜਾਣਾ। ਤੇ ਜਾਣ ਵਾਸਤੇ ਕਰਨਾ ਕੀ ਆ? ਉਹਦੇ ਵਾਸਤੇ ਸਤਿਗੁਰ ਨੇ ਕਿਹਾ ਰਾਹ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ। ਗੱਲ ਤੇ ਆ ਬਾਣੀ ਨਾਲ ਜੁੜਨ ਦੀ, ਗੱਲ ਤਾਂ ਨਾਮ ਸਿਮਰਨ ਤੇ ਬੰਦਗੀ ਭਗਤੀ ਕਰਨ ਦੀ। ਹੁਣ ਜਿਹੜੀ ਚੀਜ਼ ਅਸੀਂ ਕਰਨੀ ਆ ਉਹ ਤੇ ਸਾਡੇ ਕੋਲ ਹੋ ਨਹੀਂ ਰਹੀ, ਤੇ ਜਿਹੜੀ ਅਸੀਂ ਨਹੀਂ ਕਰਨੀ ਉਹ ਅਸੀਂ ਕਰਦੇ ਆ ਵੀ ਸ਼ਾਇਦ ਸਾਡਾ ਰੱਬ ਇਹਦੇ ਨਾਲ ਖੁਸ਼ ਹੋ ਜਾਏ। ਰੱਬ ਇਹਨਾਂ ਚੀਜ਼ਾਂ ਨਾਲ ਖੁਸ਼ ਨਹੀਂ ਹੁੰਦਾ। ਖਿਮਾ ਕਰਨਾ ਬਾਅਦ ਵਿੱਚ ਕੀਤੇ ਹੋਏ ਕਰਮ ਜਿਹੜੇ ਆ ਨਾ ਉਹ ਕਿਸੇ ਪ੍ਰਾਣੀ ਨੂੰ ਨਹੀਂ ਮਿਲਦੇ, ਨਾ ਉਹ ਕਿਤੇ ਉਹਦਾ ਸਵਰਗਾਂ 'ਚ ਵਾਸਾ ਹੁੰਦਾ ਤੇ ਨਾ ਜੇ ਨਾ ਦਿੱਤੇ ਤਾਂ ਉਹਨਾਂ ਦਾ ਨਰਕਾਂ 'ਚ ਵਾਸਾ ਹੋਣਾ। ਸਵਰਗ ਤੇ ਨਰਕ ਸਾਰੇ ਕੁਝ ਇੱਥੇ ਹੀ ਆ, ਉਹ ਸਭ ਕੁਝ ਭੋਗ ਕੇ ਜਾਣਾ। ਜਿਹੜਾ ਮਨੁੱਖ ਨੇ ਸਾਰੀ ਉਮਰ ਗੁਰਮੁਖ ਪਿਆਰਿਓ ਇੱਥੇ ਆਣ ਕੇ ਸੰਸਾਰ ਵਿੱਚ ਕਿਤੇ ਮੂਲ ਮੰਤਰ ਜਿਹੜੇ ਗੁਰਮੰਤਰ ਦਾ ਜਾਪ ਨਹੀਂ ਕੀਤਾ, ਬਾਣੀ ਨਹੀਂ ਪੜ੍ਹੀ, ਤੇ ਜੇ ਕਿਸੇ ਨੇ ਜਪਜੀ ਸਾਹਿਬ ਦਾ ਪਾਠ ਜਾਂ ਕਿਸੇ ਨੇ ਸਿਮਰਨ ਨਿਤਨੇਮ ਨਹੀਂ ਕੀਤਾ ਤੇ ਅਖੀਰ ਦੇ ਵਿੱਚ ਜਾ ਕੇ ਅਸੀਂ ਉਹਦੇ ਨਿਵਿਤ ਅਖੰਡ ਪਾਠ ਕਰਦੇ ਰਹੀਏ ਜਾਂ ਗੁਰਮੁਖ ਪਿਆਰਿਓ ਗੁਰੂ ਕੇ ਲੰਗਰ, ਠੀਕ ਹੈ ਮੈਂ ਕਹਿੰਦਾ ਉਹਨਾਂ ਦੀ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ, ਬਜ਼ੁਰਗਾਂ ਦੀਆਂ ਯਾਦਾਂ ਮਨਾਉਣੀਆਂ ਚਾਹੀਦੀਆਂ, ਉਹ ਚੜ੍ਹਦੀ ਕਲਾ 'ਚ ਮਨਾਉਣੀਆਂ ਚਾਹੀਦੀਆਂ। ਮੈਂ ਨਹੀਂ ਕਹਿੰਦਾ ਕਿ ਉਹਨਾਂ ਨੂੰ ਯਾਦ ਨਾ ਕਰੋ, ਪਰ ਇਹ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਅਖੰਡ ਪਾਠ ਕਰਾਇਆ ਤੇ ਨਿਵਿਤ ਉਹਨਾਂ ਦੇ ਹੋਵੇ। ਹੁਣ 25 ਸਾਲ ਦਾ ਪ੍ਰਾਣੀ ਗਿਆ ਤੇ ਹੁਣ 25 ਸਾਲ ਦੇ ਪ੍ਰਾਣੀ ਵਾਸਤੇ ਆਤਮਾ ਦੀ ਸ਼ਾਂਤੀ ਵਾਸਤੇ ਅਸੀਂ ਕਿਵੇਂ ਕਰ ਸਕਦੇ ਹਾਂ ਅਰਦਾਸ? ਸਾਨੂੰ ਤੇ ਇਹ ਚਾਹੀਦਾ ਨਾ ਆਪਣੀ ਆਤਮਾ ਦੀ ਸ਼ਾਂਤੀ ਵਾਸਤੇ ਅਰਦਾਸ ਕਰੀਏ। ਉਹ ਆਤਮਾ ਤੇ ਚਲੀ ਗਈ, ਉਹ ਆਤਮਾ ਤੇ ਪਰਮਾਤਮਾ ਨੇ ਜਿੱਥੇ ਲੇਖੇ ਲਾਉਣੀ ਸੀ ਨਾ ਉਹ ਲਾ ਦਿੱਤੀ ਉਹਦੇ ਕਰਮਾਂ ਮੁਤਾਬਕ, ਕਿਉਂਕਿ ਚੰਗਿਆਈਆਂ ਬਰਿਆਈਆਂ ਵਾਚੇ ਧਰਮ ਅਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਉਹਨੇ ਸਾਡੇ ਚੰਗੇ ਤੇ ਮਾੜੇ ਕਰਮ ਵੇਖਣੇ ਆ, ਉਹਦੇ ਮੁਤਾਬਕ ਸਾਨੂੰ ਅਗਲਾ ਜੀਵਨ ਉਹਨਾਂ ਨੇ ਦੇ ਦੇਣਾ। ਉਹ ਤੇ ਚਲੇ ਗਿਆ, ਲੇਕਿਨ ਮੌਤ ਤੇ ਗੁਰਮੁਖ ਪਿਆਰਿਓ ਪਿਛਲਿਆਂ ਦੀ ਹੁੰਦੀ ਹੈ ਜਿਨ੍ਹਾਂ ਨੇ ਉਹਨੂੰ ਯਾਦ ਕਰ ਕਰਕੇ ਆਪਣੇ ਜੀਵਨ ਨੂੰ ਬਤੀਤ ਕਰਨ ਦਾ। ਪਰ ਸਾਡੇ ਵਾਸਤੇ ਕੀ ਆ? ਸਾਡੇ ਵਾਸਤੇ ਕੀ ਆ ਵੀ ਜੇ ਇਹ ਪ੍ਰਾਣੀ ਗਿਆ ਵਾ ਤੇ ਇਹ ਸੰਸਾਰ ਵਿੱਚੋਂ ਕੁਛ ਲੈ ਕੇ ਨਹੀਂ ਗਿਆ ਤੇ ਲੈ ਕੇ ਅਸੀਂ ਵੀ ਕੁਛ ਨਹੀਂ ਜਾਣਾ। ਫਿਰ ਸਾਡੇ ਵਾਸਤੇ ਸਤਿਗੁਰ ਨੇ ਕੀ ਕਿਹਾ? ਸਾਡੇ ਵਾਸਤੇ ਸਤਿਗੁਰ ਦੇ ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜਿਹੜਾ ਲੋਭ ਕਰਤਾ ਹੈ ਆਜ ਕਾਲ ਉੱਠ ਜਾਏਗਾ, ਲਾਲਚ ਲਾਗੇ ਜਨਮ ਗਵਾਇਆ, ਮਾਇਆ ਭਰਮ ਭੁਲਾਏਗਾ, ਧਨ ਜੋਬਨ ਕਾ ਗਰਮ ਨਾ ਕੀ ਜਾਏ, ਕਾਗਦ ਜਿਉਂ ਗਲ ਜਾਏਗਾ। ਤੇ ਸਤਿਗੁਰ ਦੇ ਸਿਮਰਨ ਭਜਨ ਦਿਆ ਨੇ ਕਿਨੀ ਤਉ ਮੁਖ ਚੋਟਾਂ ਖਾਏਗਾ। ਜੇ ਤੂੰ ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤੀ, ਭਜਨ ਨਹੀਂ ਕੀਤੀ ਤੇ ਫਿਰ ਤੂੰ ਪ੍ਰਮਾਤਮਾ ਦੇ ਦਰ ਤੇ ਤੈਨੂੰ ਚੋਟਾਂ ਖਾਣੀਆਂ ਪੈਣੀਆਂ। ਹੋਰ ਵੀ ਐਸੇ ਕੈਸੇ ਰਿਵਾਜ ਨੇ ਜਿਹੜੇ ਗੁਰਮੁਖ ਪਿਆਰਿਓ, ਇੱਕ ਤੇ ਜਦੋਂ ਮਨੁੱਖ ਪ੍ਰਾਣੀ ਦੀ ਮੌਤ ਹੁੰਦੀ ਹੈ, ਇੱਕ ਸਾਡਾ ਕਿਰਿਆ ਕਰਮ ਰਹਿ ਜਾਂਦਾ ਜਿਹਨੂੰ ਅਸੀਂ ਅਸਤ ਕਹਿੰਦੇ ਆ, ਜਿਹਨੂੰ ਅਸੀਂ ਆਮ ਤੌਰ ਤੇ ਫੁੱਲ ਵੀ ਕਹਿ ਦਿੰਦੇ ਆ, ਜਿਹੜੀਆਂ ਉਹਨਾਂ ਦੀ ਐਸ਼ਿਸ਼ ਹੁੰਦੀਆਂ ਨੇ ਉਹ ਸਾਨੂੰ ਇੱਥੇ ਮਿਲਦੀਆਂ ਨੇ। ਔਰ ਇਹਨਾਂ ਐਸ਼ਿਸ਼ਾਂ ਦਾ ਵੀ ਸਾਨੂੰ ਬੜਾ ਭੁਲੇਖਾ ਜੀ, ਇਹਨਾਂ ਫੁੱਲਾਂ ਦਾ ਵੀ। ਹੁਣ ਪ੍ਰਾਣੀ ਅਜੇ ਤੱਕ ਉਸ ਕੂੜਵਾਦੀ ਸੋਚ ਨਾਲ ਹੀ ਅਜੇ ਤੱਕ ਜੁੜਿਆ, ਬ੍ਰਾਹਮਣਵਾਦ ਸੋਚ ਨਾਲ, ਕਿ ਅਸੀਂ ਇਹ ਜਿਹੜੇ ਅਸਤ ਨੇ ਨਾ ਇਹ ਹਿੰਦੁਸਤਾਨ ਦੇ ਵਿੱਚ ਜਾ ਕੇ ਕਿਸੇ ਨੇ ਹਰਿਦੁਆਰ ਜਾਂ ਕਰਤਾਰਪੁਰ ਕੀਰਤਪੁਰ ਜਾ ਕੇ ਜਲ ਪ੍ਰਵਾਹ ਕਰਨੇ ਆ। ਪਰ ਸਿੱਖ ਰਹਿਤ ਮਰਿਆਦਾ ਅਨੁਸਾਰ ਤੇ ਇਹ ਆ ਕਿ ਜਿੱਥੇ ਪ੍ਰਾਣੀ ਦੀ ਮੌਤ ਹੁੰਦੀ ਆ ਨਾ ਉੱਥੇ ਪ੍ਰਾਣੀ ਦਾ ਜਿਹੜੇ ਅਸਤ ਨੇ ਨਾ ਜਾਂ ਐਸ ਜਿਹੜੀਆਂ ਮਿਲਦੀਆਂ ਨੇ ਉਹ ਅਸੀਂ ਜਲ ਦੇ ਵਾਗ ਦੇ ਜਲ ਪ੍ਰਵਾਹ ਪਾਣੀ ਦੇ ਵਿੱਚ ਜਲ ਪ੍ਰਵਾਹ ਕਰ ਦੇਣੀ ਆ। ਜੇ ਫਰਜ਼ ਕੀਤਾ ਕਿਤੇ ਪਾਣੀ ਨਹੀਂ ਹੈਗਾ ਤੇ ਫਿਰ ਸਾਨੂੰ ਇਹ ਵੀ ਹੁਕਮ ਹੈ ਮਰਿਆਦਾ ਵਿੱਚ ਲਿਖਿਆ ਹੋਇਆ
ਕਿ ਜਿੱਥੇ ਤੁਸੀਂ ਰਹਿੰਦੇ ਨਾ ਉਸ ਧਰਤੀ ਵਿੱਚ ਟੋਆ ਪੁੱਟੋ ਤੇ ਟੋਆ ਪੁੱਟ ਕੇ ਉਹ ਜਿਹੜੇ ਅਸਤ ਜੈ ਸੀ ਉਹਦੇ ਵਿੱਚ ਸੁੱਟ ਦਿਓ ਤੇ ਉਤੋਂ ਮਿੱਟੀ ਜਿਹੜੀ ਆ ਇੱਕ ਲੈਵਲ ਕਰ ਲਓ। ਮੈਂ ਇੱਥੇ ਤੁਹਾਨੂੰ ਇੱਕ ਗੱਲ ਸੁਣਾਵਾਂ ਕਿ ਇੱਥੇ ਇੱਕ ਪ੍ਰਾਣੀ ਦੇ ਪਿਤਾ ਜੀ ਦੀ ਮੌਤ ਹੋ ਗਈ ਜੀ, ਗੁਰੂ ਦੀ ਕਿਰਪਾ ਦੇ ਨਾਲ। ਉਹ ਜਿਹੜਾ ਉਹਨਾਂ ਦਾ ਲੜਕਾ ਸੀ ਉਹਨੇ ਕੀ ਕੀਤਾ, ਉਹਨੇ ਐਸ਼ਿਸ਼ ਲਏ, ਆਪਣੇ ਪਿਤਾ ਜੀ ਦੀਆਂ ਜਿਹੜੀਆਂ ਅਸਥੀਆਂ ਸੀ ਉਹ ਲਈਆਂ ਤੇ ਹੁੰਦੀ ਕੀ ਆ, ਇੰਨੀ ਕੁ ਰਾਖ ਹੁੰਦੀ ਆ ਗੁਰੂ ਪਿਆਰਿਓ। ਇੱਥੇ ਉਹ ਤਾਂ ਨਹੀਂ ਹੈਗਾ ਵੀ ਜਿਹੜਾ ਲੱਕੜਾਂ ਨਾਲ ਅਸੀਂ ਸੰਸਕਾਰ ਕਰਦੇ ਆ ਤੇ ਹੱਡੀਆਂ ਵਗੈਰਾ ਸਾਨੂੰ ਮਿਲਦੀਆਂ ਨੇ, ਉਹਨਾਂ ਨੂੰ ਲੇਖੇ ਲਾਉਣਾ ਕੁਝ ਹੋਰ ਗੱਲ ਹੈ। ਜਿਹੜੀ ਇੱਥੇ ਐਸ਼ਿਸ਼ ਮਿਲਦੀ ਉਹ ਤਾਂ ਬਹੁਤ ਥੋੜੀ ਹੁੰਦੀ ਆ, ਪਾਉਂਡ 2 ਪਾਉਂਡ ਵਾ ਸਾਰੀ ਹੁੰਦੀ ਆ। ਉਹਨੇ ਕੀ ਕੀਤਾ, ਉਹਨੇ ਜਿਹੜੀਆਂ ਵੀ ਐਸ਼ਿਸ਼ ਲਿਆਂਦੀਆਂ ਨਾ ਲਿਆ ਕੇ ਆਪਣੇ ਬਾਹਰ ਜਿਹੜਾ ਘਰ ਸੀ ਨਾ ਉਹਦੇ ਬੈਗ ਦੇ ਪਾਸੇ ਜਾ ਕੇ ਆਪਣੇ ਗਾਰਡਨ ਦੇ ਵਿੱਚ ਸਾਰੀ ਐਸ਼ਿਸ਼ ਜਿਹੜੀ ਸੀ ਉਹਦੇ 'ਚ ਖਿਲਾ ਦਿੱਤੀ। ਕਹਿੰਦੇ ਮੇਰੇ ਪਿਤਾ ਜੀ ਆ, ਮੈਂ ਕਿਉਂ ਇਹਨਾਂ ਨੂੰ ਐਸ਼ਿਸ਼ ਨੂੰ ਹੋਰ ਕਿਤੇ। ਸਾਡੇ ਅਜੇ ਤੱਕ ਇਹ ਭਰਮ ਭੁਲੇਖੇ ਕਿ ਅਸੀਂ ਇੱਥੋਂ ਲੈ ਕੇ ਐਸ਼ਿਸ਼ ਜਿਹੜੀਆਂ ਨੇ ਏਰੀਆ ਤੇ ਜਾ ਕੇ ਅਸੀਂ ਉੱਥੇ ਜਲ ਪ੍ਰਵਾਹ ਕਰਨੀ ਆ। ਸਾਡੇ ਸਿਧਾਂਤ ਦੇ ਵਿੱਚ, ਸਿੱਖੀ ਸਿਧਾਂਤ ਦੇ ਵਿੱਚ ਇਹ ਕੋਈ ਨਹੀਂ ਆ ਕਿ ਜਿੱਥੇ ਪ੍ਰਾਣੀ ਦੀ ਮੌਤ ਹੋ ਜਾਂਦੀ ਆ ਨਾ ਉੱਥੇ ਅਸੀਂ ਇਹ ਜਲ ਪ੍ਰਵਾਹ ਕਰ ਸਕਦੇ ਹਾਂ। ਉੱਥੇ ਅਸੀਂ ਗੱਲ ਤੇ ਹੈਗੀ ਇਹਨੂੰ ਸਮੇਟਣਾ ਕਿਸ ਤਰ੍ਹਾਂ, ਇਸ ਅੰਗੀਠੇ ਨੂੰ ਸਮੇਟਣਾ। ਮੈਂ ਅਫਰੀਕਾ 'ਚ ਰਹਿੰਦਾ ਸੀ ਤੇ ਅਫਰੀਕਾ ਦੇ ਵਿੱਚ ਜਿਹੜੀ ਸ਼ਮਸ਼ਾਨ ਭੂਮੀ ਸੀ ਉਹ ਬਿਲਕੁਲ ਨਦੀ ਦੇ ਕਿਨਾਰੇ ਸੀ, ਔਰ ਨਦੀ ਦੇ ਕਿਨਾਰੇ ਕੀਤਾ ਉਹਨਾਂ ਨੇ ਇੱਕ ਪਾਈਪ ਵੀ ਲਾਈ ਸੀ। ਉਹ ਜਦੋਂ ਮਨੁੱਖ ਦੀ ਮੌਤ ਹੋ ਜਾਂਦੀ ਉਸ ਤੋਂ ਬਾਅਦ ਗੁਰਮੁਖ ਪਿਆਰੋ ਪਾਣੀ ਸੁੱਟਦੇ ਸੀ ਤੇ ਸਾਰੀਆਂ ਐਸੀ ਜਿਹੜੀਆਂ ਸੀ ਨਦੀ ਵਿੱਚ ਚਲੀਆਂ ਜਾਂਦੀਆਂ ਸੀ ਤੇ ਕੋਈ ਐਸੀ ਗੱਲ ਨਹੀਂ ਸੀ। ਇੱਥੇ ਅਸੀਂ ਜਿਹੜਾ ਨਾ ਪ੍ਰੋਗਰਾਮ ਬਣਾਇਆ ਵੀ ਕਈ ਪ੍ਰਾਣੀ ਐਸੇ ਕੂੜਵਾਦੀ ਨੇ ਜਿਹੜੇ ਅਜੇ ਤੱਕ ਸਾਡੀਆਂ ਗੱਲਾਂ ਨੂੰ ਮੰਨਦੇ ਨਹੀਂ। ਉਹ ਕਹਿੰਦੇ ਨਹੀਂ ਜੀ ਇਹ ਤੇ ਐਵੇਂ ਭਰਮ ਭੁਲੇਖੇ ਨੇ, ਅਸੀਂ ਤਾਂ ਉੱਥੇ ਹੀ ਲੈ ਕੇ ਜਾਣਾ। ਉਹਦੇ ਵਿੱਚ ਕੀ ਹੁੰਦਾ, ਇੱਕ ਇਕਨੋਮੀ ਦੀ ਖਰਚਾ ਹੁੰਦਾ। ਵੇਖੋ ਕਈ ਯਾਰ ਐਸੇ ਪਰਿਵਾਰ ਹੈਗੇ ਨੇ ਜਿਨ੍ਹਾਂ ਦੇ ਘਰ ਦੇ ਗੁਜ਼ਾਰੇ ਬੜੇ ਮੁਸ਼ਕਿਲ ਚੱਲ ਰਹੇ, ਉਹਨਾਂ ਦੇ ਨਾਲ 2-3 ਪ੍ਰਾਣੀ ਹੋਰ ਦੌਰ ਪੈਂਦੇ ਵੀ ਚਲੋ ਜੀ ਅਸੀਂ ਵੀ ਚੱਲੇ। ਕਈ ਤੇ ਇਹੋ ਜਿਹੇ ਬੰਦੇ ਹੈਗੇ ਅਸੀਂ ਵੇਖੇ ਆ, ਉਹ ਕਹਿੰਦੇ ਭਾਈ ਇਹਨਾਂ ਦੀ ਟਿਕਟ ਵੀ ਵੱਖਰੀ ਲੈ ਲਿਓ ਤੇ ਜਾਣ ਲੱਗੇ ਇਹ ਕਹਿ ਦਿਓ ਪਾਪਾ ਅਸੀਂ ਤੈਨੂੰ ਲੈ ਕੇ ਚੱਲੇ ਆ, ਸਾਡੇ ਨਾਲ ਚੱਲ। ਇਹ ਗੁਰਮੁਖ ਪਿਆਰਿਓ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬਿਲਕੁਲ ਮਨਮਤ ਆ। ਇਸ ਮਨਮਤ ਤੋਂ ਅਸੀਂ ਉੱਪਰ ਹੋ ਕੇ ਤਾਂ ਅਸੀਂ ਸਿਰਫ ਤੇ ਸਿਰਫ ਪਰਮਾਤਮਾ ਦੀ ਬਾਣੀ ਨਾਲ ਜੁੜਨਾ, ਕਿਉਂਕਿ ਸਤਿਗੁਰੂ ਨੇ ਤੇ ਬੜੀਆਂ ਉਦਾਹਰਨਾਂ ਦੇ ਦੇ ਕੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਗੋਇਲ ਆਇਆ ਗੋਇਲੀ ਕਿਆ ਤੇ ਡੰਪ ਸਾਰ ਮੋਹਲਤ ਪੁੰਨੀ ਚਰਣਾ, ਤੂੰ ਸੰਭਲ ਕਰ ਬਾਰ ਹਰ ਗੁਣ ਗਾਓ ਮਨਾ। ਸਤਿਗੁਰ ਸੇ ਪਿਆਰ ਕਿਆ ਥੋੜੀ ਬਾਤ ਮਾਨ, ਕਿਸ ਗੱਲ ਦਾ ਤੂੰ ਮਾਨ ਕਰਨਾ। ਕਹ ਸਤਿਗੁਰ ਕਹਿੰਦੇ ਜੈਸੇ ਰਹਿਣ ਪਰਾਉਣੇ ਉਠਚਲ ਸੇ ਪ੍ਰਭਾਤ, ਕਿਆ ਤੂੰ ਰਤਾ ਫਿਰ ਗ੍ਰੇਸੋਂ ਸਾ ਫੁੱਲਾਂ ਕੀ ਬਗਾਤ। ਮੇਰੀ ਮੇਰੀ ਕਿਆ ਕਰੇ ਜਿੰਦੀਆ ਸੋ ਪ੍ਰਭ ਲੋੜ, ਸਰ ਪਰ ਉਠੀ ਚਰਣਾ ਛੱਡ ਜਾਸੀ ਲੱਖ ਕਰੋੜ। ਲੱਖ 84 ਭਰਮਤਿਆਂ ਦੁਰਲਭ ਜਨਮ ਪਾਇਓ, ਨਾਨਕ ਨਾਮ ਸੰਭਾਲ ਤੂੰ 100 ਦਿਨ ਨੇੜਾ ਆਇਓ। ਉਹ ਤੂੰ ਆਪਣੇ ਆਪ ਦੀ ਸੰਭਾਲ ਕਰ, ਤੂੰ ਆਪਣੇ ਆਪ ਨੂੰ ਸਮਝਣ ਦਾ ਯਤਨ ਕਰ। ਮੈਂ ਕੌਣ ਆ, ਮੈਂ ਕਿੱਥੋਂ ਆਇਆ ਤੇ ਮੈਂ ਕਿੱਥੇ ਜਾਣਾ। ਮੈਂ ਬੇਨਤੀ ਕਰਾਂ, ਦੁਨੀਆ ਦੀਆਂ ਗੱਲਾਂ ਤਾਂ ਅਸੀਂ ਬਹੁਤ ਕਰ ਲਈਆਂ, ਅਸੀਂ ਇਹਨਾਂ ਅੱਖਾਂ ਨਾਲ ਸਾਰਾ ਸੰਸਾਰ ਵੇਖ ਲਿਆ। ਮੈਂ ਅੱਗੇ ਵੀ ਬੇਨਤੀ ਕੀਤੀ, ਪਰ ਅੱਖਾਂ ਆਪਣੇ ਆਪ ਨੂੰ ਨਹੀਂ ਵੇਖ ਸਕਦੀਆਂ। ਸਾਨੂੰ ਲੋੜ ਹੈ ਆਪਣੇ ਆਪ ਨੂੰ ਵੇਖਣ ਦੀ। ਮੈਂ ਕਈ ਵਾਰ ਬੇਨਤੀ ਕਰਿਆ ਕਰਦਾ ਹੁੰਦਾ ਭਾਈ ਕਦੀ ਆਪਣੇ ਮਨ ਨਾਲ ਵੀ ਗੱਲਾਂ ਕਰਿਆ ਕਰੋ। ਕਦੀ ਤੁਹਾਡੇ ਕੋਲ ਇਕਾਂਤ ਸਮਾਂ ਹੋਵੇ ਨਾ, ਕਦੀ ਸੋਚ ਬਹਿ ਕੇ ਨਾ ਇਕਾਂਤ ਮਨ ਨਾਲ ਆਪਣੇ ਆਪ ਨੂੰ ਪੁੱਛਿਆ ਕਰੋ ਮੈਂ ਕੌਣ ਆ, ਮੈਂ ਕਿੱਥੋਂ ਆਇਆ ਤੇ ਮੈਂ ਕਿੱਥੇ ਜਾਣਾ। ਤੁਸੀਂ ਮੇਰੇ ਬਾਰੇ ਤੇ ਦੱਸ ਦੋਗੇ, ਵੈਸੇ ਤੁਸੀਂ ਦੱਸ ਹੀ ਰਹੇ ਨਾ ਵੀ ਗਿਆਨੀ ਜੀ ਉੱਥੇ ਹੈਡ ਗ੍ਰੰਥੀ ਨੇ ਜਾਂ ਇਹਨਾਂ ਦਾ ਫਲਾਣਾ ਪਿੰਡ ਆ ਜਾਂ ਫਲਾਣੇ ਥਾਂ ਤੋਂ ਆਏ ਨੇ। ਇੱਥੋਂ ਤੱਕ ਵੀ ਮੈਂ ਕਈ ਵਾਰ ਸੋਚਦਾ ਹੁੰਦਾ, ਕਹਿੰਦਾ ਹੁੰਦਾ ਵੀ ਕਿਸੇ ਨੇ ਤੁਹਾਨੂੰ ਜਾਤ ਵੀ ਨਾ ਪੁੱਛੀ ਹੋਵੇ, ਤੂੰ ਵੀ ਉਹੀ ਦੱਸ ਦੇਣੀ ਫਲਾਣੀ ਜਾਤ ਦਾ ਬੰਦਾ ਹੈਗਾ। ਕਿਉਂਕਿ ਸਾਡਾ ਹੰਕਾਰ ਹਉਮੈ ਸਾਡੇ 'ਚ ਇੰਨੀ ਆ ਗਈ ਕਿ ਅਸੀਂ ਹਰ ਇੱਕ ਚੀਜ਼ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਦੂਜੇ ਨੂੰ। ਪਰ ਸਤਿਗੁਰ ਕਹਿੰਦੇ ਇਹ ਅੱਖਾਂ ਪਾਲਕ ਨੇ ਐਸੀ ਲਾਈਆਂ ਕਿ ਆਪਣੇ ਆਪ ਨੂੰ ਨਹੀਂ ਵੇਖ ਸਕਦਾ। ਪਰ ਕਦੀ ਤੁਸੀਂ ਆਪਣੇ ਬਾਰੇ ਵੀ ਸੋਚਿਆ ਕਿ ਮੈਂ ਕੌਣ ਆ, ਮੈਂ ਕਿੱਥੋਂ ਆਇਆ ਤੇ ਮੈਂ ਕਿੱਥੇ ਜਾਣਾ। ਮੈਂ ਕਈ ਵਾਰ ਬੇਨਤੀ ਕਰਦਾ 25-25 30-30 ਸਾਲ ਦੇ ਵਿਛੜੇ ਪ੍ਰਾਣੀ, ਉਹਨਾਂ ਨੂੰ ਅੱਜ ਅਸੀਂ ਯਾਦ ਕਰਦੇ ਹਾਂ। ਕੋਈ ਖੰਡ ਪਾਠ ਕਰਾ ਕੇ ਕਰ ਰਿਹਾ, ਕੋਈ ਲੰਗਰ ਕਰਾ ਕੇ ਕਰ ਰਿਹਾ, ਕੋਈ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ, ਠੀਕ ਹੈ ਕਰਨਾ ਚਾਹੀਦਾ ਚੇਤੇ। ਪਰ ਕਦੀ ਇਹ ਸੋਚਿਆ 75 ਸਾਲ ਦੀ ਤੇਰੀ ਉਮਰ ਹੋ ਗਈ ਆ, ਆਤਮਾ ਪਰਮਾਤਮਾ ਕੋਲੋਂ ਵਿਛੜੀ ਹੈ ਤੇ ਤੈਨੂੰ ਪਰਮਾਤਮਾ ਅਜੇ ਤੱਕ ਚੇਤੇ ਨਹੀਂ। ਤੂੰ ਉਹਦੇ ਵੱਲ ਨੂੰ ਤੇ ਕਦੀ ਜਾਣ ਦਾ ਯਤਨ ਨਹੀਂ ਕਰਦਾ ਕਿ ਇੱਕ ਦਿਨ ਤੂੰ ਉਹਦੇ ਕੋਲ ਚੱਲ ਜਾਣਾ। ਗੱਲ ਤੇ ਆ ਵੀ ਜਿਹੜਾ ਕੋਲ ਜਾਣਾ ਉਹਦੇ ਵਾਸਤੇ ਤਾਂ ਅਸੀਂ ਕੁਝ ਕਰਨ ਦਾ ਯਤਨ ਕਰੀਏ। ਅਸੀਂ ਤਾਂ ਸਿਰਫ ਗੁਰਮੁਖ ਪਿਆਰਿਓ ਸੰਸਾਰੀ ਝਮੇਲਿਆਂ 'ਚ ਹੀ ਪਏ ਆ ਕਿ ਲੋਕ ਨਾ ਸਾਨੂੰ ਕਹਿ ਦੇਣ ਵੀ ਲੈ ਬਾਪੂ ਵਾਸਤੇ ਆਹ ਨਹੀਂ ਕੀਤਾ। ਪਰ ਸਤਿਗੁਰ ਨੇ ਗੁਰਬਾਣੀ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਦੇ ਕੇ ਕਿਹਾ ਗੁਰਮੁਖ ਪਿਆਰਿਆ ਇਹ ਕਰੇਗਾ ਕੀ, ਕਰਨਾ ਤੇ ਇਹ ਆ ਵੀ ਤੂੰ ਉਹਦੇ ਵਾਸਤੇ ਅਰਦਾਸ ਕਰ, ਸਿਮਰਨ ਕਰ, ਬੰਦਗੀ ਕਰ, ਭਗਤੀ ਕਰ ਗੁਰੂ ਦੇ ਚਰਨਾਂ ਵਿੱਚ। ਤੇ ਅਰਦਾਸ ਤੇ ਇਹੋ ਕਰਨੀ ਆ, ਦਿਓ ਸੱਜਣ ਸਿਸੜੀਆਂ ਜਿਉਂ ਹੋਏ ਸਾਹਿਬ ਸਿਓ ਮੇਲ। ਪਰ ਜਿਹੜੇ ਅਸੀਂ ਕਰਮਕਾਂਡ ਸ਼ੁਰੂ ਕੀਤੇ ਆ ਨਾ, ਗੁਰਮੁਖ ਬਿਸਤਰੇ ਚੜਾਉਣੇ ਤੇ ਹੋਰ ਵਸਤੂਆਂ ਰਸਤਾਂ ਰਹਿ ਕੇ ਰਮਾਲੇ ਤੇ ਇਹ ਜਿਹੜੀਆਂ ਹਸਤੀਆਂ ਬਸਤੀਆਂ ਜਾਂ ਲੈ ਕੇ ਲੈ ਜਾਂਦੇ ਆ, ਇਹਨਾਂ ਤੋਂ ਗੁਰਮੁਖ ਪਿਆਰਿਓ ਬਿਲਕੁਲ ਸਿੱਖ ਮਤ ਦੇ ਵਿੱਚ ਮਨਮਤ ਹੈ। ਇਹਨਾਂ ਤੋਂ ਸਾਨੂੰ ਵਰਜਿਤ ਹੋਣਾ ਚਾਹੀਦਾ। ਸਿਰਫ ਤੇ ਸਿਰਫ ਇਹ ਬਾਣੀ ਦੇ ਨਾਲ ਤੇ ਬਾਣੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਬਣਾ ਕੇ ਉਸ ਦੀ ਦਿੱਤੀ ਹੋ, ਕਿਉਂਕਿ ਜਿਹੜੀ ਮੌਤ ਹੈ ਇਸ ਨੇ ਆਉਣਾ। ਪਰ ਜਿਨ੍ਹਾਂ ਨੇ ਗੁਰਬਾਣੀ ਦੇ ਆਧਾਰ ਤੇ ਆਪਣੇ ਜੀਵਨ ਨੂੰ ਤੋਰਨਾ ਸ਼ੁਰੂ ਕੀਤਾ, ਉਹਨਾਂ ਤੇ ਇਹ ਗੱਲ ਕਹਿਤੀ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਮਰਨ ਤੋਂ ਬਾਅਦ ਹੀ ਆਤਮਾ ਨੇ ਪਰਮਾਤਮਾ ਵਿੱਚ ਭੇਦ ਹੋਣਾ ਤੇ ਆਤਮਾ ਨੂੰ ਪਰਮਾਤਮਾ ਵਿੱਚ ਜਿੰਦਾ ਲੈ
ਲੈ ਕੇ ਜਾਣ ਦੀ ਕੋਸ਼ਿਸ਼ ਕਰੋ। ਮੈਂ ਤੇ ਕਈ ਵਾਰ ਕਹਿੰਦਾ ਗੁਰੂ ਨੇ ਸੰਗਤ ਤੇ ਪੰਗਤ ਬਣਾਈ, ਦੋ ਚੀਜ਼ਾਂ ਬਣਾਈਆਂ, ਤੇ ਉਧਰੋਂ ਗੁਰਮੁਖ ਪਿਆਰਿਓ ਮਾਲਕ ਨੇ ਇੱਕ ਸੰਗਤ ਤੇ ਪੰਗਤ ਬਣਾਈ, ਇੱਕ ਸਾਡੇ ਸਿਧਾਂਤ ਹੈਗਾ ਧਰਮ ਤੇ ਸਿਆਸਤ ਦਾ। ਪਹਿਲਾ ਧਰਮ ਤੇ ਸਿਆਸਤ ਹੈ, ਫਿਰ ਗੁਰਮੁਖ ਪਿਆਰ ਸੰਗਤ ਤੇ ਪੰਗਤ ਸਤਿਗੁਰੂ ਨੇ ਦਿੱਤੀ। ਇਹ ਦੋਵੇਂ ਚੀਜ਼ਾਂ ਜਿਹੜੀਆਂ ਹੁਣ ਉਲਟ ਹੋ ਗਈਆਂ, ਕਿਉਂਕਿ ਜਿਹੜਾ ਧਰਮ ਸੀ ਉਹਨੇ, ਜਿਹੜਾ ਸਿਆਸਤ ਸੀ ਧਰਮ ਨੂੰ ਬਚਾਉਣ, ਧਰਮ ਬਚਾਉਣ ਵਾਸਤੇ ਸੀ। ਕਿਉਂਕਿ ਚਲੋ ਧਰਮ ਨੂੰ ਬਚਾਉਣਾ ਕਿਸ ਤਰੀਕੇ ਬਚਿਆ ਜਾਵੇ ਕਿ ਧਰਮ ਸਾਡਾ ਠੀਕ ਹੋਵੇ, ਸਿਆਸਤ ਜਿਹੜੀ ਆ ਉਹ ਨੀਵੀਂ ਆ, ਧਰਮ ਉੱਚਾ। ਇਧਰ ਸੰਗਤ ਤੇ ਪੰਗਤ ਹੋਇਆ ਕਿ ਪੰਗਤ ਨੇ ਸੰਗਤ ਨੂੰ ਦਬਾ ਲਿਆ ਤੇ ਸਿਆਸਤ ਨੇ ਧਰਮ ਨੂੰ ਦਬਾ ਲਿਆ। ਤੇ ਦੋਵੇਂ ਚੀਜ਼ਾਂ ਜਿਹੜੀਆਂ ਗੁਰਮੁਖ ਪਿਆਰਿਓ ਹੁਣ ਜਿਹੜੀਆਂ ਨਾ ਉਹ ਸਿਆਸਤ ਦੇ ਅੰਡਰ ਤੇ ਸੇਵਾ ਕਰਨਾ ਪੰਗਤ ਦੇ ਅੰਡਰ ਚੱਲ ਰਹੀਆਂ। ਸਿਆਸਤ ਦੇ ਅੰਦਰ ਧਰਮ ਚੱਲ ਰਿਹਾ ਤੇ ਪੰਗਤ ਦੇ ਅੰਦਰ ਗੁਰਮੁਖ ਪਿਆਰਿਓ ਇਹ ਸੰਗਤ ਚੱਲ ਰਹੀ ਆ। ਕਿਉਂਕਿ ਪੰਗਤ ਵਾਸਤੇ ਹੀ ਸੰਗਤ ਆਉਂਦੀ ਆ, ਧਰਮ ਵਾਸਤੇ ਤੇ ਸੰਗਤ ਘੱਟ ਆਉਂਦੀ ਆ। ਤੁਸੀਂ ਲੰਗਰਾਂ 'ਚ ਵੇਖ ਲਓ ਕਿੰਨੀ ਮਹਾਰਾਜ ਦੀ ਕਿਰਪਾ ਤੇ ਦਰਬਾਰ 'ਚ ਘੱਟ ਹੁੰਦੀ ਆ। ਗੁਰੂ ਕਿਰਪਾ ਕਰੇ, ਰਹਿਮਤ ਕਰੇ ਗੁਰਮੁਖ ਪਿਆਰਿਓ। ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਉੱਚਾ ਹੋ ਕੇ ਅਸੀਂ ਸਿਰਫ ਤੇ ਸਿਰਫ ਗੁਰਬਾਣੀ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਦਾ ਜੋ ਉਪਦੇਸ਼ ਆ ਉਹਨੂੰ ਹਿਰਦੇ ਵਿੱਚ ਵਸਾ ਕੇ ਤੇ ਆਪਣੇ ਮਨ ਜਿਹੜਾ ਨਾ ਇਹਨੂੰ ਦ੍ਰਿੜ ਕਰਨ ਦਾ ਯਤਨ ਕਰੀਏ। ਜੋ ਸੰਕਲਪ ਸਾਨੂੰ ਸਤਿਗੁਰੂ ਨੇ ਬਖਸ਼ਿਆ ਨਾ, ਤੇ ਅਸੀਂ ਆਪਣੇ ਆਪ ਨੂੰ ਸਮਰਪਣ ਹੋਈਏ ਗੁਰੂ ਦੇ। ਜਦੋਂ ਅਸੀਂ ਸਮਰਪਣ ਹੋ ਜਾਵਾਂਗੇ ਤੇ ਗੁਰੂ ਦੀ ਬਖਸ਼ਿਸ਼ ਹੋ ਗਈ। ਜਿਹੜਾ ਸਤਿਗੁਰੂ ਨੇ ਜਪਜੀ ਸਾਹਿਬ ਦੇ ਵਿੱਚ ਸਾਨੂੰ ਸਾਰੰਸ ਦਿੱਤਾ ਨਾ, ਉਸ ਨੂੰ ਵਾਚਣ ਦੀ ਲੋੜ ਹੈ ਕਿ ਉਹ ਸਾਰਾ ਜਪਜੀ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸਾਰੰਸ ਹੈ। ਤੇ ਇਹਦੇ ਵਿੱਚ ਸਤਿਗੁਰੂ ਨੇ ਇੱਕ ਪਾਵਨ ਪਵਿੱਤਰ ਬਚਨ ਦੇ ਕੇ ਸਾਰੀ ਮਨੁੱਖਤਾ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਕਿਵ ਸਚਿਆਰਾ ਹੋਈਐ, ਕਿਵ ਕੂੜੇ ਟੁੱਟੇ ਪਾਲ, ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ। ਕਿ ਕਿਵੇਂ ਸੱਚੇ ਹੋਣਾ ਤੇ ਕਿਵੇਂ ਉਹਦੀ ਰਜ਼ਾ ਵਿੱਚ ਰਹਿ ਕੇ ਇਸ ਜੀਵਨ ਨੂੰ ਬਤੀਤ ਕਰਨਾ, ਉਹ ਚਾਹੇ ਦੁੱਖ ਹੋਵੇ ਚਾਹੇ ਸੁੱਖ ਹੋਵੇ। ਕਿਉਂਕਿ ਸਤਿਗੁਰੂ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਔਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੇ, ਆਸਾ ਮਨਸਾ ਤਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੇ ਨਾਹਿਨ, ਤੇ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜੇ ਨਰ ਕੋ ਕੀਨੀ, ਤੇ ਜੁਗਤ ਪਛਾਨੀ, ਨਾਨਕ ਲੀਨ ਭਿਓ ਗੋਬਿੰਦ ਸਿਉ, ਜੋ ਪਾਣੀ ਸੰਗ ਪਾਣੀ। ਇਹ ਤਾਂ ਹੀ ਲੀਨ ਹੋਣਾ ਜੇ ਗੁਰਮੁਖ ਪਿਆਰਿਆ ਤੂੰ ਦੁੱਖ ਵਿੱਚ ਦੁੱਖ ਮਹਿਸੂਸ ਨਾ ਕਰੇ ਤੇ ਸੁੱਖ ਵਿੱਚ ਬਹੁਤਾ ਖੁਸ਼ ਨਾ ਹੋਵੇਂ। ਸਤਿਗੁਰੂ ਜੀ ਜੇ ਸੁੱਖ ਦੇ ਤਾਂ ਤੁਝੇ ਰਾਦੀ, ਦੁੱਖ ਵੀ ਤੁਝੇ ਦਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਇਹ ਦੁੱਖ ਸੁੱਖ ਦੋਨੋਂ ਸਮ ਕਰ ਜਾਣੇ ਤਾਂ ਹੀ ਗੱਲ ਬਣਨੀ ਆ। ਜੇ ਦੁੱਖ ਵਿੱਚ ਬੰਦਾ ਮਹਿਸੂਸ ਕਰਦਾ ਤੇ ਸੁੱਖ ਵਿੱਚ ਖੁਸ਼ ਹੁੰਦਾ, ਰੱਬ ਨੂੰ ਭੁੱਲ ਜਾਂਦਾ। ਇਸੇ ਕਰਕੇ ਸਤਿਗੁਰੂ ਨੇ ਰਹਿ ਰਸ ਦੀ ਬਾਣੀ ਵਿੱਚ ਕਿਹਾ ਦੁੱਖ ਦਾਰੂ ਸੁੱਖ ਰੋਗ ਪਿਆ। ਦੁੱਖ ਦਾਰੂ ਕਿਉਂ ਆ? ਕਿਉਂ ਮੈਂ ਵੇਖਿਆ ਨਾ ਜਦੋਂ ਮਾੜਾ ਜਿਹਾ ਦੁੱਖ ਆ ਜਾਂਦਾ ਨਾ, ਖਿਮਾ ਕਰਨਾ ਸਾਰਾ ਟੱਬਰ ਗੁੱਟ ਕੇ ਲੈ ਕੇ ਬਹਿ ਜਾਂਦਾ। ਬਿਲਕੁਲ ਜੀ, ਇਹ ਦੁੱਖ ਸੁੱਖ ਦਾ ਜਿਹੜਾ ਕਨਸੈਪਟ ਇਹ ਵੀ ਇੱਕ ਬੜਾ ਇੰਪੋਰਟੈਂਟ ਟੌਪਿਕ ਹੈ ਕਿ ਕਿਸ ਨੂੰ ਅਸੀਂ ਦੁੱਖ ਸਮਝਦੇ ਸੁੱਖ ਸਮਝਦੇ ਹਾਂ। ਇਸ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਸ ਪਰਟੀਕੂਲਰ ਟੌਪਿਕ ਤੇ ਸਾਂਝ ਪਾਵਾਂਗੇ। ਧੰਨਵਾਦ ਤੁਹਾਡਾ ਕਿ ਇਹ ਜਿਹੜਾ ਇੱਕ ਬੜਾ ਇੰਪੋਰਟੈਂਟ ਟੌਪਿਕ ਹੈ ਜਿਸ ਦੇ ਬਾਰੇ ਅਸੀਂ ਕਈ ਵਾਰੀ ਅਵੇਸਲੇ ਹਾਂ ਜਾਂ ਅੱਖਾਂ ਮੀਟ ਕੇ ਅਸੀਂ ਇਸ ਨੂੰ ਫੋਲੋ ਕਰ ਰਹੇ ਹਾਂ, ਇਹ ਕਰਮ ਕਾਂਡਾਂ 'ਚ ਫਸਦੇ ਜਾ ਰਹੇ ਹਾਂ। ਉਸ ਤੋਂ ਤੁਸੀਂ ਸਾਨੂੰ ਜਾਗਰਿਤ ਕੀਤਾ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਨੇ ਅੱਜ ਜਿਹੜਾ ਮੁੱਦਾ ਲਿਆਂਦਾ, ਕਿਉਂਕਿ ਇਹ ਰੋਜ਼ ਆਪਣੇ ਗੁਰਦੁਆਰਾ ਸਾਹਿਬ ਵਿੱਚ ਜਦੋਂ ਡਿਊਟੀ ਨਿਭਾਉਂਦੇ ਨੇ ਉਸ ਵਿੱਚ ਦੇਖਦੇ ਨੇ, ਉਸ ਚੀਜ਼ ਤੋਂ ਸਾਨੂੰ ਜਾਣੂ ਕਰਾਇਆ ਕਿ ਕਰਮ ਕਾਂਡ ਦੀ ਕੋਈ ਥਾਂ ਨਹੀਂ ਹੈਗੀ। ਜੇਕਰ ਅਸੀਂ ਸਮਝਦੇ ਹਾਂ ਕਿ ਕੁਝ ਬਿਸਤਰੇ ਦੇ ਕੇ ਜਾਂ ਕੁਝ ਹੋਰ ਭਾਂਡੇ ਦੇ ਕੇ ਜਾਂ ਪੰਜ ਸਿੰਘਾਂ ਨੂੰ ਲੰਗਰ ਛਕਾ ਕੇ ਅਸੀਂ ਵਿਛੜੀ ਹੋਈ ਆਤਮਾ ਦੀ ਨਿਵਰਤੀ ਕਰ ਦਾਂਗੇ ਤਾਂ ਅਸੀਂ ਬੜੇ ਵੱਡੇ ਭੁਲੇਖੇ 'ਚ ਹਾਂ। ਇਸ ਦਾ ਕੋਈ ਫਾਇਦਾ ਨਹੀਂ। ਬਾਣੀ ਅਸੀਂ ਆਪਣੇ ਵਾਸਤੇ ਪੜ੍ਹਨੀ ਹੈ। ਜਿਹੜਾ ਵਿਅਕਤੀ ਚਲੇ ਗਿਆ ਉਸਨੇ ਆਪਣੇ ਕਰਮਾਂ ਅਨੁਸਾਰ ਜੋ ਕੁਝ ਕੀਤਾ ਉਸ ਦਾ ਫਲ ਉਸਨੂੰ ਮਿਲ ਜਾਏਗਾ। ਆਓ ਸਾਰੇ ਇਹਨਾਂ ਕਰਮ ਕਾਂਡਾਂ 'ਚੋਂ ਬਾਹਰ ਨਿਕਲ ਕੇ ਸਿੱਖੀ ਸਿਧਾਂਤ ਅਨੁਸਾਰ ਜੋ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਕੀਤਾ ਉਸ ਨੂੰ ਲੜ ਬਣ ਕੇ ਆਪਣੇ ਜੀਵਨ ਵਿੱਚ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰੀਏ। ਸੋ ਪ੍ਰੋਗਰਾਮ ਦੀ ਕਰਦੇ ਹਾਂ ਇੱਥੇ ਹੀ ਸਮਾਪਤੀ। ਕਿਸੇ ਹੋਰ ਵਿਸ਼ੇ ਬਾਰੇ ਕੋਈ ਗੱਲਬਾਤ ਤੁਸੀਂ ਚਾਹੁੰਦੇ ਹੋ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ 604 603 7555 ਜਾਂ ਫਿਰ ਈਮੇਲ ਰਾਹੀਂ harpreet@akaltv.com। ਭਾਈ ਸਾਹਿਬ ਜੀ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਗੁਰਦੁਆਰਾ ਸਾਹਿਬ ਦਾ ਨੰਬਰ ਹੈ 604 590 32 32। ਇੱਥੇ ਵੀ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।